ਹਾਈ ਵੈਲਕਮ एवरीवन ਕਿਵੇਂ ਤੁਸੀਂ ਸਾਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਮੈਥ ਦਾ ਪੇਪਰ ਹੈ 10th ਦੇ ਵਾਲਿਆਂ ਦਾ ਇਹਦਾ ਸੋਲੂਸ਼ਨ ਕਰਨ ਵਾਲੇ ਆ ਤਾਂ ਦੱਸਣ ਦੀ ਲੋੜ ਤਾਂ ਹੈ ਹੀ ਨਹੀਂ ਹੈ। ਚਲੋ ਆਪਾਂ ਸੋਲੂਸ਼ਨ ਕਰਦੇ ਹਾਂ, ਕਿਉਂ ਟਾਈਮ ਵੇਸਟ ਕਰੀਏ। ये बड़ी अच्छी बात कही है। ਸੋ ਜਿਵੇਂ ਕਿ ਪਹਿਲਾ ਕੁਐਸਚਨ ਜਲਦੀ ਜਲਦੀ ਕਰੋ, ਮੈਂ ਤੁਹਾਨੂੰ ਕਰਾਣਾ ਸਿਰਫ ਮਾਰਕਸ, ਠੀਕ ਹੈ। ਸੋ ਜਿਹੜਾ ਫਰਸਟ ਕੁਐਸਚਨ ਹੈ, ਠੀਕ ਹੈ, ਇਹ ਜਿਹੜਾ ਵਟੇ ਵਾਲਾ ਹੈ ਇਹਦਾ ਸਹੀ ਵਿਕਲਪ ਚੁਣਨਾ ਹੈ, ਚੂਜ਼ ਦਾ ਕਰੈਕਟ ਆਪਸ਼ਨ। ਸੋ ਇਹਦਾ ਕਰੈਕਟ ਆਪਸ਼ਨ ਸਾਡਾ ਸੀ ਵਾਲਾ ਪਾਰਟ ਹੈ, ਠੀਕ ਹੈ, sin 60। ਓਕੇ, ਸੋ ਸੈਕੰਡ ਕੁਐਸਚਨ ਦੇਖੋ, ਸੈਕੰਡ ਕੁਐਸਚਨ ਦਾ ਜਿਹੜਾ ਹੈਗਾ ਆ ਸਾਡਾ sin 2a ਇਜ਼ ਇਕੁਅਲ ਟੂ 2 sin a ਦਾ ਮੁੱਲ ਕੀ ਹੋਵੇਗਾ। ਇਹਦਾ ਆਨਸਰ ਤੁਹਾਡਾ a ਹੈ, ਯਾਨੀ ਕਿ 0। ਓਕੇ, 0 ਮੁੱਲ ਹੈ। ਉਸ ਤੋਂ ਬਾਅਦ ਜਿਹੜਾ ਥਰਡ ਹੈ ਸਾਡਾ, ਠੀਕ ਹੈ, ਜੇਕਰ ਵਾਲਾ ਜਿਹੜਾ 10a ਹੈ ਇਹਦਾ 4/3 ਤਾਂ sin a ਦਾ ਮੁੱਲ ਕੀ ਹੋਵੇਗਾ। sin a ਦਾ ਮੁੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ 4/5 ਹੈ, ਠੀਕ ਹੈ। ਬੀ ਆਪਸ਼ਨ ਇਜ਼ ਰਾਈਟ। ਓਕੇ, इंग्लिश मीडियम भी सॉल्व कर रहे हैं, देख लियो ध्यान, जो नहीं पता लगता कुछ कमेंट करके पूछ सकते हैं। उस तो बाद देखो फोर्थ क्वेश्चन किया, बिंदु ए 3 - 2 है एंड 7 4 ਨੂੰ ਮਿਲਾਉਣ ਤੇ ਰੇਖਾਖੰਡ ਬੀ ਦਾ ਨਿਰਦੇਸ਼ਕ ਅੰਕ ਕੀ ਹੋਵੇਗਾ। ਇਹਦਾ ਹੈਗਾ ਸਾਡਾ ਜਦੋਂ ਸੋਲਵ ਕੀਤਾ ਸੀਗਾ ਤਾਂ ਮੈਂ ਉਹਦਾ ਆਨਸਰ ਕੀ ਆਇਆ ਸੀਗਾ ਬੀ ਡੀ ਆਪਸ਼ਨ 5 - 1, ਠੀਕ ਹੈ। ਇਹ ਆਪਸ਼ਨ ਸਾਡਾ ਰਾਈਟ ਹੈ, ਸੋ ਡੀ ਆਪਸ਼ਨ ਇਜ਼ ਰਾਈਟ। ਉਸ ਤੋਂ ਬਾਅਦ ਦੇਖੋ ਲਾਸਟ ਵਾਲਾ ਕਹਿੰਦਾ ਯਾਰ ਕੀ ਬੋਲ ਰਿਹਾ ਮੈਂ, ਜ਼ਿਆਦਾ ਐਕਸਾਈਟਮੈਂਟ ਹੋ ਜਾਂਦੀ ਹੈ, ਠੀਕ ਹੈ। ਸੋ ਜਿਹੜਾ ਫਿਫਥ ਕੁਐਸਚਨ ਹੈ, ਬਿੰਦੂ ਪੀ ਦੀ ਜਿਹੜੀ 2 ਐਂਡ 3 ਦੀ ਮੁੱਲ ਬਿੰਦੂ ਦੂਰੀ ਪਤਾ ਕਰੋ, ਠੀਕ ਹੈ। ਦੂਰੀ ਸੂਤਰ ਦਾ ਫਾਰਮੂਲਾ ਲਾ ਕੇ ਜਦੋਂ ਪਤਾ ਕੀਤਾ ਤੇ ਇਹਦਾ ਆਨਸਰ ਕੀ ਆਣਾ ਬੀ, ਯਾਨੀ ਕਿ ਸਾਡਾ ਸਕੁਅਰ ਰੂਟ 3 ਸਕੁਅਰ ਰੂਟ 13 ਯਾਰ, ਸਕੁਅਰ ਰੂਟ 13 ਓਕੇ। ਸੋ ਨੈਕਸਟ ਦੇਖੋ ਛੇਵਾਂ ਆਪਰੇਸ਼ਨ ਕੀ ਆ ਸਾਡਾ, ਜੇਕਰ ਬਿੰਦੂ ਏ ਜੋ ਵੀ ਹੈ ਇੰਨਾ ਕੁਛ ਵੱਡਾ ਲਿਖ ਦਿੱਤਾ ਆ, ਬੰਦਾ ਕਿੱਦਾਂ ਸਮਝੂਗਾ, ਠੀਕ ਹੈ। ਖੇਤਰਫਲ ਕੀ ਹੋਵੇਗਾ ਠੀਕ ਹੈ। ਸੋ ਇਹਦਾ ਖੇਤਰਫਲ ਸਾਡਾ ਕੀ ਹੋਏਗਾ, ਇਹਦਾ ਖੇਤਰਫਲ 0 ਵਰਗ ਇਕਾਈ, ਠੀਕ ਹੈ। ਸੋ ਏ ਆਪਸ਼ਨ ਇਜ਼ ਰਾਈਟ, ਹਾਂ ਏ ਆਪਸ਼ਨ ਇਜ਼ ਰਾਈਟ, 0 ਸਕੁਅਰ ਯੂਨਿਟ। ਉਸ ਤੋਂ ਬਾਅਦ ਦੇਖੋ ਨੈਕਸਟ ਸੱਤਵਾਂ ਕੁਐਸਚਨ ਕੀ ਹੈ ਸਾਡਾ, ਇੱਕ ਚੱਕਰ ਦੀਆਂ ਕਿੰਨੀਆਂ ਸਪਰਸ਼ ਰੇਖਾਵਾਂ ਹੋ ਸਕਦੀਆਂ ਯਾਰ, ਅਨੰਤ ਹੋ ਸਕਦੀਆਂ, ਇਨਫਿਨਾਈਟ, ਠੀਕ ਹੈ। ਅਨੰਤ ਹੋ ਸਕਦੀਆਂ ਇਹਦੀਆਂ ਸਪਰਸ਼ ਰੇਖਾਵਾਂ, ਪਤਾ ਲੱਗ ਗਿਆ ਤੁਹਾਨੂੰ। ਇਹਦਾ ਆਨਸਰ ਕੀ ਸੀਗਾ, ਡੀ ਆਪਸ਼ਨ ਇਜ਼ ਅਨੰਤ। ਓਕੇ, ਉਸ ਤੋਂ ਬਾਅਦ ਨੈਕਸਟ ਦੇਖੋ ਸਾਡਾ ਕੁਐਸਚਨ ਕੀ ਹੈ 8ਵਾਂ, ਤੁਹਾਡੇ 8 ਨੰਬਰ ਪੱਕੇ ਹੋ ਗਏ, ਕੰਗ੍ਰੈਚੁਲੇਸ਼ਨਸ। ਜੇਕਰ ਚੱਕਰ ਦੀਆਂ ਦੋ ਸਮਾਂਤਰ ਰੇਖਾਵਾਂ ਦੀ ਦੂਰੀ 12 ਸਮ ਹੋਵੇ ਤਾਂ ਚੱਕਰ ਦਾ ਅਰਧ ਵਿਆਸ ਕਿੰਨਾ ਹੋਵੇਗਾ। ਯਾਰ ਸਿੰਪਲ ਜੀ ਗੱਲ ਹੈ, 6 ਸੈਂਟੀਮੀਟਰ ਹੋਵੇਗਾ, ਠੀਕ ਹੈ। ਸੋ ਇਹਦਾ ਆਨਸਰ ਕੀ ਹੈ 6 ਸੈਂਟੀਮੀਟਰ, ਬੀ ਆਪਸ਼ਨ ਇਜ਼ ਰਾਈਟ 6 ਸੈਂਟੀਮੀਟਰ। ਓਕੇ, ਸੋ ਦੇਖੋ ਫਿਰ ਕੀ ਹੈ ਸਾਡਾ ਆ ਗਿਆ ਸਹੀ ਗਲਤ ਜਲਦੀ ਮਾਰਕ ਕਰੋ। ਇਹ ਤੁਹਾਡੇ ਉਦਾਂ ਹੀ ਰੱਟੇ ਹੋਣੇ ਚਾਹੀਦੇ, ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਪਹਿਲੇ ਦੋ ਸਹੀ ਹੈ, ਲਾਸਟਲੇ ਦੋ ਗਲਤ ਹੈ ਠੀਕ ਹੈ। ਜੇ ਪੇਪਰ ਆ ਗਿਆ ਤਾਂ ਇੱਦਾਂ ਯਾਦ ਕਰ ਲਓ, ਠੀਕ ਹੈ। ਪਹਿਲੇ ਦੋ ਸਹੀ ਹੈ, ਲਾਸਟ ਦੋ ਗਲਤ ਹੈ। ਸੋ ਪੜ੍ਹ ਕੇ ਦੱਸਣ ਦੀ ਲੋੜ ਹੈ। ਚਲੋ ਮੈਂ ਇੱਕ ਵਾਰੀ ਪੜ੍ਹ ਕੇ ਦੱਸ ਦਿੰਦਾ, ਤੁਸੀਂ ਵੀ ਕਹਿਣਾ ਕੀ ਸਰ ਤੁਸੀਂ ਕਿੱਦਾਂ ਸਿਖਾ ਰਹੇ ਹੋ ਬੱਚਿਆਂ ਨੂੰ, ਹੈ ਨਾ, ਸਹੀ ਗੱਲ ਹੈ। ਸੋ ਦੇਖੋ ਪਹਿਲਾ ਕੁਐਸਚਨ ਕੀ ਹੈ, ਚੱਕਰ ਦੇ ਕਿਸੇ ਬਿੰਦੂ ਤੇ ਸਪਰਸ਼ ਰੇਖਾ ਤੋਂ ਹੋ ਕੇ ਜਾਣ ਵਾਲੀਆਂ ਅਰਧ ਵਿਆਸ ਤੇ ਲੰਬ ਹੁੰਦੀ ਹੈ। ਬਿਲਕੁਲ ਸਹੀ ਹੈ ਬਾਬੇ, ਬਿਲकुल ਠੀਕ ਹੈ। ਇੰਗਲਿਸ਼ ਵਾਲੇ ਵੀ ਪੜ੍ਹ ਲਿਓ, ਇਜ਼ ਦਾ ਰਾਈਟ ਆਨਸਰ। ਉਸ ਤੋਂ ਬਾਅਦ ਸੈਕਿੰਡ ਦੇਖੋ ਕੀ ਆ, ਚੱਕਰ ਤੇ ਇੱਕ ਬਿੰਦੂ ਤੇ ਇੱਕ ਅਤੇ ਕੇਵਲ ਇੱਕ ਸਪਰਸ਼ ਰੇਖਾ ਹੁੰਦੀ ਹੈ। ਬਿਲਕੁਲ ਇੱਕ ਬਿੰਦੂ ਤੇ ਚੱਕਰ ਦੇ ਇੱਕ ਬਿੰਦੂ ਤੇ ਇੱਕ ਅਤੇ ਕੇਵਲ ਇੱਕ ਸਪਰਸ਼ ਰੇਖਾ ਹੁੰਦੀ ਹੈ। ਯਾਰ ਇੱਕ ਬਿੰਦੂ ਤੇ ਇੱਕੋ ਹੀ ਹੁੰਦੀ ਹੈ ਸਪਰਸ਼ ਰੇਖਾ, ਹੈ ਨਾ। ਸਹੀ ਹੈ, ਇੱਕ ਬਿੰਦੂ ਤੇ ਅਨੰਤ ਨਹੀਂ ਹੁੰਦੀਆਂ ਹੈ। ਇਹਦੇ ਵਿੱਚ ਥੋੜ੍ਹਾ ਡਾਊਟ ਆ, ਕਨਫਰਮ ਕਰਿਓ, ਠੀਕ ਹੈ। ਉੱਦਾਂ ਤਾਂ ਮੇਰੇ ਵੱਲੋਂ ਸਹੀ ਹੈ, ਠੀਕ ਹੈ, ਸਹੀ ਪਰ ਤੁਸੀਂ ਇੱਕ ਵਾਰੀ ਕਨਫਰਮ ਜ਼ਰੂਰ ਕਰ ਲਿਓ। ਸੋ ਦੇਖੋ ਨੈਕਸਟ ਕੁਐਸਚਨ ਕੀ ਹੈ, ਕਿਸੇ ਵੀ ਕੋਣ ਏ ਦੇ ਲਈ ਸਾਈਨ ਏ ਇੰਨਾ ਹੋਵੇਗਾ, ਗਲਤ ਹੈ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਲਾਸਟ ਹੈ ਪੀ 0 ਵਾਈ ਧੁਰੇ 'ਤੇ ਸਥਿਤ ਹੁੰਦਾ ਹੈ, 0 ਤਾਂ ਕਦੇ ਵਾਈ 'ਤੇ ਹੁੰਦਾ ਹੀ ਨਹੀਂ, ਇਹ ਵੀ ਗਲਤ ਹੈ। ਓਕੇ, ਉਸ ਤੋਂ ਬਾਅਦ ਦੇਖੋ ਇਟਸ ਅ ਫਾਲਸ, ਲਾਸਟ ਵਾਲਾ ਫਾਲਸ ਸੀਗਾ। ਉਸ ਤੋਂ ਬਾਅਦ ਫੀਲਿੰਗ ਦ ਬਲੈਂਕਸ ਕਰ ਲਓ ਜਲਦੀ ਸਾਰੇ ਜਣੇ। ਫੀਲਿੰਗ ਦੇ ਬਲੈਂਕਸ ਵਿੱਚ 4 ਨੰਬਰ ਤੁਹਾਡੇ ਹੋਰ ਪੱਕੇ ਹੋ ਗਏ ਆ, ਅਤੇ 4 ਨੰਬਰ ਹੋਰ ਪੱਕੇ ਹੋ ਗਏ। ਦੇ ਲਓ ਧੁਰਿਆਂ ਦੇ ਕਾਟਵੇਂ ਬਿੰਦੂ ਨੂੰ ਕੀ ਕਿਹਾ ਜਾਂਦਾ ਹੈ, ਔਰੀਜਨ, ਯਾਨੀ ਕਿ ਮੂਲ ਬਿੰਦੂ ਕਿਹਾ ਜਾਂਦਾ ਹੈ, ਠੀਕ ਹੈ। ਸੋ ਸੈਕਿੰਡ ਦੇਖੋ ਸਾਈਨ 30 ਕਿਹਦੇ ਬਰਾਬਰ ਹੈ। ਸਾਈਨ 30 ਸਾਡਾ ਹੁੰਦਾ ਹੈ 1/2 ਦੇ ਬਰਾਬਰ, ਠੀਕ ਹੈ, ਸੈਂਟਰ ਵਾਲਾ, ਠੀਕ ਹੈ। 1/2 ਦੇ ਬਰਾਬਰ, 1/2 ਦੇ ਬਰਾਬਰ ਸਾਈਨ 30 ਹੁੰਦਾ। ਲਿਖਣਾ ਵੀ ਨਹੀਂ ਹੈ ਕਿ ਲਿਖ ਨਹੀਂ ਹੋ ਰਿਹਾ, ਠੀਕ ਹੈ। ਸੋ ਇਗਨੋਰ ਕਰੋ। ਸੋ ਦੇਖੋ ਥਰਡ, ਜਲਦੀ ਕਰੋ ਤੁਸੀਂ। ਥਰਡ ਕੀ ਹੈ, ਥਰਡ ਦਾ ਸਾਈਨ ਇਹ ਜਿਹੜਾ ਸਾਡਾ ਹੋਊਗਾ, ਇਹਦਾ ਆਨਸਰ ਸਾਡਾ ਹੈਗਾ 1, ਓਨਲੀ 1, ਜਿਹੜਾ ਸੈਂਟਰ ਵਿੱਚ 1 ਲੁਕਿਆ ਹੋਇਆ ਨਾ, ਉਹ ਵਾਲਾ ਆਨਸਰ ਹੈ ਸਾਡਾ। ਓਕੇ, ਐਨ ਦੇਖੋ ਲਾਸਟ ਵਾਲਾ ਫੋਰਥ, ਚੱਕਰ ਅਤੇ ਉਸਦੀਆਂ ਸਪਰਸ਼ ਰੇਖਾ ਦੇ ਸਾਂਝੇ ਬਿੰਦੂ ਨੂੰ ਕੀ ਕਿਹਾ ਜਾਂਦਾ ਹੈ। ਸਾਂਝੇ ਬਿੰਦੂ ਨੂੰ ਸਪਰਸ਼ ਬਿੰਦੂ ਕਿਹਾ ਜਾਂਦਾ ਹੈ ਬੱਚੇ, ਸਪਰਸ਼ ਬਿੰਦੂ। ਸੋ ਆਨਸਰ ਇਜ਼ ਕੀ ਹੈ
साडा स्पर्श बिंदु। ओके ओके सो कूल पॉइंट ऑफ कंटैक्ट। नैक्सट देखो पार्ट बी स्टार्ट हो जाता। सम हुण तुसीं सॉल्व करने आ, दसो मैं सॉल्व करा? चलो मैं सॉल्व करदा है, ठीक है। सो तुहानूं हरेक सम सॉल्व करके दूंगा। वीडियो नूं जे हले तक लाइक नहीं कीता तो लाइक कर दो एंड अपने फ्रेंडां नाल तो शेयर कर दो यार, घੱਟ ਤੋਂ ਘੱਟ, ठीक है। इन्ना तो कर सकते हैं, लाइक जरूर कर दो, चैनल सबसक्राइब कर लो बिल्कुल। सो देखो फोर्थ क्वेश्चन, क्योंकि सॉल्यूशन देना थानू तो फिर करना ही पैना। देखो फोर्थ क्वेश्चन की है, ਜਾਂਚ ਕਰੋ ਕਿ ਬਿੰਦੂ 5 2 ਅਤੇ 6 4 ਅਤੇ 7 2 ਇੱਕ ਸਮ ਦੋ ਪੂਜੀ ਤ੍ਰਿਭੁਜ ਹੈ। ਅਸੀਂ ਪਤਾ ਕਰਨਾ ਹੈ ਇੱਕ ਜਿਹੜਾ ਟ੍ਰਾਇੰਗਲ ਬਣੂਗਾ ਨਾ ਇਹਨਾਂ ਤਿੰਨਾਂ ਨੂੰ, ਠੀਕ ਹੈ, ਏ ਬੀ ਸੀ ਮਿਲਾ ਕੇ, ਠੀਕ ਹੈ। ਆ ਜਿਹੜੇ ਬਿੰਦੂ ਆਪਾਂ ਨੋਟ ਕਰਕੇ ਬਣਾਵਾਂਗੇ, ਆਪਾਂ ਪਤਾ ਕਰਨਾ ਕਿ ਕੋਈ ਦੋ ਜਿਹੜੀਆਂ ਉਹ ਆ ਸਾਈਡਸ ਹੈ ਇਕੁਅਲ ਹੈ ਜਾਂ ਨਾ। ਸਮ ਦੋ ਪੂਜੀ ਦਾ ਮਤਲਬ ਹੈ ਕੋਈ ਦੋ ਸਾਈਡਸ ਇਕੁਅਲ ਹੈ, ठीक है। सो देखो फोर्थ सम बहुत ही ईजी है। देखो दूरी सूत्र की मदद नाल डिस्टेंस फॉर्मूला, ठीक है, जिहदी मदद नाल असीं पता करना कि ये जिहड़ी ट्रायंगल है इहदे दो भुजा बराबर है कि नहीं है, यानी कि सम दो भुजी है या नहीं है। सब तो पहला असीं ए बी वाली लाइन लवांगे, इहनूं पता करांगे कितना है। इसनूं पता करने लई साडे कोल की है, दूरी सूत्र का फॉर्मूला है जो कि स्केयर रूट x2 माइनस x1 द होल स्केयर प्लस y2 माइनस y1 द होल स्केयर, ठीक है। सो इनू पता करने सब तो पहले सानू पता होना चाहिए कि x2 की है, x1 की है, y2 की है एंड y1 की है। सो देखो सब तो पहले जिवें कि असीं ए बी लै रहे हैं लाइन, ए वाली लाइन ले रहे हैं। सो ये आ वाली रकम तो आ वाली रकम होगी, ठीक है। ये जो फर्स्ट वाली होगी यानी कि ए अपना होगा x1, ये होगा y1, ए वाला फिर क्या होगा y2 x2 एंड y2, ठीक है। सो इस तरह पर असीं पुट कर देना। सो इस तरह जो असीं पुट करांगे, देखो पुट करके एक बार कॉपी कर लो तुसीं, ठीक है। एग्जाम में डिटो कॉपी करके आना है। तो तुसीं पुट करोगे, ਇਹਦਾ फिर आंसर कड्डांगे, साडा कितना आ जाना स्केयर रूट 37। ओके, उस तो बाद असीं लवांगे बी सी, ठीक है। पूरा इस तरह ट्रायंगल बनी हुई है तो इस तरह असीं लवांगे पहला ए बी फिर बी सी फिर सी ए, ठीक है। सो बी सी पता करांगे, बी सी लिए आ दोनों साड़ियां रकमां जरूरी है। सो देखो बी सी असीं पता कीता, ठीक है। इथों असीं लवांगे जो सारा वैल्यू पुट करके असीं इहदा आंसर कड्ढा, ए भी 37 आया, ठीक है। यानी कि दो 37 आ चुके, ए भी 37 है, ए बी एंड बी सी भी 37 है। उस तो बाद असीं नैक्सट पता करांगे सी ए, ठीक है। सी ए पता करांगे, गलत लिखो गया, ठीक है। सी ए लिए भी फॉर्मूला पुट करांगे एंड इहदा जिहड़ा आंसर आंदा है डिफरेंट आ जाता है, ठीक है। सो जिवें कि दो मतलब कि दो भुजा तो बराबर हो चुके हैं ए बी एंड बी सी। तो इसलिए असीं की कर सकते हैं, इस ਲਈ बिंदु जो भी दिता होया है एक सम दो भुजी त्रिभुज ਦੇ ਸਿਖਰ ਹਨ, ठीक है। उस तो बाद देखो साडा फिफ्थ क्वेश्चन की है, मुल पता करो साइन 60 निशान है नहीं तो मतलब कि मल्टीप्लाई होना है, ठीक है। कोई निशान नहीं होता, मल्टीप्लाई होता है, ठीक है। सो साइन 60 cos 30 प्लस साइन 30 मल्टीप्लाई cos 30 ਨੂੰ ਵੈਲਿਊਏਟ करना है, ठीक है। ਇਹਨਾਂ ਦੀ वैल्यू पता करनी है। चलो आंसर्स देखते हैं जल्दी फटाफट। सो देखो फिफ्थ का सोल्यूशन बहुत ही ईजी है। साइन 60, ठीक है, मल्टीप्लाई बाय cos 30 प्लस साइन 30 मल्टीप्लाई बाय cos 60, इन्हों के बस वैल्यू पुट करना। साइन 60 देखो कितना होंदा है स्केयर रूट 3/2 मल्टीप्लाई बाय cos 30 का होंदा है स्केयर रूट 3/2 प्लस साइन 30 होंदा 1/2 मल्टीप्लाई cos 60 होंदा है 1/2। इन्हों असीं सॉल्व करांगे, साडे कोल की आ जाना है 3/4 ਤੇ ਇਹਨਾਂ ਦਾ ਕੀ ਆ ਜਾਣਾ ਆ 1/4, ਦੋਨਾਂ ਨੂੰ ਪਲੱਸ ਕਰਾਂਗੇ, ਠੀਕ ਹੈ। ਸੋ ਤਿਰਛੀ ਸਿੰਪਲ ਹੀ ਨਾ, ਕਿਉਂਕਿ ਇਹਨਾਂ ਦੇ ਕਾਮਨ ਕੀ ਹੈ ਸਾਡੇ ਜਿਹੜੇ ਬੇਸ ਹੈ ਇਹਨਾਂ ਦਾ ਇਕੁਅਲ ਹੈ। ਸੋ ਆਪਾਂ ਉੱਪਰ ਵਾਲੇ ਨੂੰ ਪਲੱਸ ਕਰ ਲਵਾਂਗੇ, ਕਿੱਥੇ ਆ ਜਾਣਾ ਦੇਖੋ 4/4 ਹੋ ਜਾਣਾ। ਇਹਨੂੰ ਕੱਟਾਂਗੇ, ਸਾਡਾ ਇੱਕ ਆਂਸਰ ਆ ਜਾਏਗਾ, ਠੀਕ ਹੈ। ਇੱਦਾਂ ਤੁਸੀਂ ਸਕਰੀਨਸ਼ਾਟ ਲੈ ਲਓ ਐਂਡ ਇੱਦਾਂ ਚਿਪਕਾਣਾ, ਬਿਲਕੁਲ ਸਹੀ ਆਂਸਰ ਹੈ। ਓਕੇ, ਸੋ 2 ਨੰਬਰ ਤੁਹਾਡੇ ਪੂਰੇ ਪੱਕੇ ਆ ਜਾਣੇ ਆ। ਨੈਕਸਟ ਕੁਐਸਚਨ ਕੀ ਬਣ ਰਿਹਾ, ਜੇਕਰ tan a 5/12 ਹੋਵੇ ਤਾਂ cos a एंड sin a पता करो। बहुत ही ईजी, बहुत ज़्यादा ईजी है और दोनों तो बहुत ज़्यादा ईजी सी, ठीक है। सो चलो स्टार्ट जिदा जिदा आ ईजी सी उदा स्टेज, चलो तुहानू आंसर देना है, ठीक है। सो 6 का सोल्यूशन देखो, सानू की दिता हुआ है tan a कितना आ इज इक्वल टू 5/12 है, ठीक है, जो कि कितना होंदा है p/b ਦੇ ਬਰਾਬਰ ਹੁੰਦਾ ਹੈ। ਅਸੀਂ ਪਤਾ ਕੀ ਕਰਨਾ ਆ, ਅਸੀਂ ਪਤਾ ਕਰਨਾ sin a ਜੋ ਕਿ ਹੁੰਦਾ p/h एंड cos a जो कि होंदा b/h। सो साडे कोल की है देखो, यानी कि जे tan a दिता होया जो कि 5/12 है। सो p एंड b सानू गिवन है, p कितना हो गया 5 एंड b कितना हो गया 12। सो सानू पता नहीं है h पता नहीं है ਇਹਦੇ ਵਿੱਚ, ठीक है। सो h पता करने लिए ਅਸੀਂ पाइथागोरस थ्योरम ਦੀ यूज़ करांगे। सो देखो h2 इज इक्वल टू
ਪੀ ਦੀ ਸਕੁਅਰ ਪਲੱਸ ਬੀ ਦੀ ਸਕੁਅਰ, ਠੀਕ ਹੈ। ਇਹਨਾਂ ਦੀ ਵੈਲਿਊ ਪੁੱਟ ਕਰਾਂਗੇ, ਇਹਨਾਂ ਦੀ ਵੈਲਿਊ ਪੁੱਟ ਕਰਾਂਗੇ, ਦੇਖੋ 169 ਆ ਜਾਣਾ, ਸਕੁਅਰ ਨੂੰ ਆਪਾਂ ਇੱਧਰ ਲਿਆਵਾਂਗੇ, ਸਕੁਅਰ ਰੂਟ ਬਣ ਜਾਣਾ। ਸੋ ਕਿੰਨਾ ਆ ਗਿਆ ਐਚ ਸਾਡੇ ਕੋਲ 13, ਠੀਕ ਹੈ। ਸੋ 13 ਮਤਲਬ 13 ਇਹਦਾ ਆ ਗਿਆ। ਸੋ ਇਹਨੂੰ ਆਪਾਂ ਪੁੱਟ ਕਰ ਦੇਵਾਂਗੇ ਇਹਦੇ ਵਿੱਚ, ਦੇਖੋ ਸਾਈਨ ਏ ਕਿੰਨਾ ਸੀਗਾ ਪੀ ਓਵਰ ਐਚ, ਸੋ ਕਿੰਨਾ ਆ ਜਾਣਾ, ਪੀ ਸਾਨੂੰ ਪਤਾ 5 ਹੈ, ਸੋ ਐਚ ਸਾਡੇ ਕੋਲ 13 ਆ ਗਏ ਆ, ਸੋ ਦੈਟਸ ਆਂਸਰ। ਉਸ ਤੋਂ ਬਾਅਦ ਦੇਖੋ ਕੋਸ ਬੀ ਓਵਰ ਐਚ ਸੀ, ਸੋ ਬੀ ਸਾਨੂੰ ਪਤਾ 12 ਹੈ, ਐਚ ਸਾਡੇ ਕੋਲ 13 ਆ ਗਿਆ, ਆਂਸਰ ਆ ਗਿਆ। ਦੇਖਿਆ ਕਿੰਨਾ ਹੀ ਈਜ਼ੀ ਹੈ, ਠੀਕ ਹੈ। ਸੋ ਡਰਨ ਦੀ ਲੋੜ ਨਹੀਂ ਹੈ, ਬਿਲਕੁਲ ਪੇਪਰ ਪੂਰਾ ਕਰਕੇ ਆਉਣਾ ਹੈ, ਠੀਕ ਹੈ, ਡਿਟੋ ਕਾਪੀ ਮਾਰ ਲਓ। ਸੋ ਔਰ ਪਾਰਟ ਹੈ, ਸੋ ਆਪਾਂ ਇੱਕ ਹੀ ਕਰਨਾ ਹੈ, ਆਹ ਵਾਲਾ ਕਰ ਲਓ, ਆ ਕਰਨ ਦੀ ਕੀ ਲੋੜ ਹੈ ਯਾਰ, ਔਖਾ ਜਿਹਾ ਹੈ, ਠੀਕ ਹੈ। ਸੋ ਇੱਕ ਦਾ ਸੋਲੂਸ਼ਨ ਇਨਫ ਹੈ, ਓਕੇ। ਸੋ ਇਹ 2 ਨੰਬਰ ਦੇ ਸੀਗੇ, ਤੁਹਾਡੇ 2 ਨੰਬਰ ਪੱਕੇ ਹੋ ਗਏ। ਉਸ ਤੋਂ ਬਾਅਦ ਠੀਕ ਹੈ, ਉਸ ਤੋਂ ਬਾਅਦ ਦੇਖੋ ਪਾਰਟ ਸੀ ਕਰਨ ਵਾਲੇ ਆ। ਪਾਰਟ ਸੀ 4 ਨੰਬਰ ਦੇ ਆ ਇੱਕ ਕੁਐਸਚਨ, ਠੀਕ ਹੈ। ਸੋ ਇਹਦੇ ਵਿੱਚੋਂ ਵੀ ਆਪਾਂ ਇੱਕ ਕਰਾਂਗੇ ਕਿਉਂਕਿ 2 ਪਾਰਟ ਹੈ। ਆਹ ਦੇਖੋ 2 ਤੁਹਾਨੂੰ ਦਿੱਤੇ ਹੋਏ ਔਰ ਪਾ ਕੇ। ਸੋ ਆਹ ਵਾਲਾ ਥੋੜ੍ਹਾ ਔਖਾ ਹੈ, ਤੁਹਾਨੂੰ ਮਤਲਬ ਗਲਤੀਆਂ ਵੀ ਹੋ ਜਾਂਦੀਆਂ। ਨੀਚੇ ਵਾਲਾ ਬਿਲਕੁਲ ਹੀ ਨਾ ਬਹੁਤ ਜ਼ਿਆਦਾ ਈਜ਼ੀ ਆ ਵਾਲਾ, ਠੀਕ ਹੈ। ਸੋ ਇਹਦਾ ਆਨਸਰ ਦਿੰਦਾ ਮੈਂ, ਉਹ ਵਾਲਾ ਆਨਸਰ ਤੁਸੀਂ ਇੱਕ ਵਾਰੀ ਜੇ ਆਂਦਾ ਹੋਣਾ ਤਾਂ ਬਹੁਤ ਗੁੱਡ ਹੈ। ਦੇਖੋ ਆਪਾਂ 6 ਸੈਂਟੀਮੀਟਰ ਨੇ ਇੱਕ ਅਰਧਵਿਆਸ ਚੱਕਰ ਖਿੱਚਣਾ ਹੈ। ਉਸ ਤੋਂ ਬਾਅਦ ਕੇਂਦਰ ਤੋਂ 10 ਸੈਂਟੀਮੀਟਰ ਦੂਰੀ 'ਤੇ ਇੱਕ ਸਪਰਸ਼ ਰੇਖਾਵਾਂ ਦੀਆਂ ਜੋੜੇ ਦੀ ਰਚਨਾ ਕਰਨਾ, ਬਸ ਬਹੁਤ ਈਜ਼ੀ ਆ। ਚਲੋ ਸੋਲੂਸ਼ਨ ਦੇਖਦੇ ਹਾਂ। ਸੱਤਵਾਂ ਕਿੱਦਾਂ ਕਰਨਾ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕਿਹਾ ਕਿ ਇੱਕ 6 ਸੈਂਟੀਮੀਟਰ ਦੀ ਚੱਕਰ ਆ, ਠੀਕ ਹੈ। ਸੋ 6 ਸੈਂਟੀਮੀਟਰ ਦੀ ਲਾਈਨ ਲੈ ਕੇ, ਠੀਕ ਹੈ, ਇਹਨੂੰ ਕੁਛ ਵੀ ਨਾਮ ਦੇ ਸਕਦੇ, ਉਹ ਦੇ ਸਕਦੇ ਹਾਂ, ਇਹਨੂੰ ਇਹ ਦੇ ਸਕਦੇ ਹਾਂ, ਠੀਕ ਹੈ। ਇੱਥੇ ਪ੍ਰਕਾਰ ਰੱਖ ਕੇ ਤੁਸੀਂ ਇੱਕ ਚੱਕਰ ਇੱਥੋਂ ਕੱਟਦੀ ਹੋਈ ਚੱਕਰ ਖਿੱਚ ਲੈਣੀ। ਚੱਕਰ ਵਧੀਆ ਨਹੀਂ ਖਿੱਚੀ ਮੈਂ, ਪਰ ਤੁਸੀਂ ਖਿੱਚ ਲੈਣਾ, ਠੀਕ ਹੈ। 6 ਸੈਂਟੀਮੀਟਰ ਤਾਂ ਪੂਰਾ ਵੀ ਨਹੀਂ ਬਣਿਆ। ਸੋ ਤੁਸੀਂ ਸਮਝੋ, ਬਸ ਇੱਥੇ ਪ੍ਰਕਾਰ ਰੱਖਿਆ, ਖਿੱਚ ਲੈਣਾ ਹੈ, ਠੀਕ ਹੈ। ਉਸ ਤੋਂ ਬਾਅਦ ਕਹਿੰਦੇ ਇਸ ਬਿੰਦੂ ਤੋਂ ਨਾ ਬਾਹਰਲੇ ਪਾਸੇ 10 ਸੈਂਟੀਮੀਟਰ, ਯਾਨੀ ਕਿ ਜੇ ਇਸ ਬਿੰਦੂ ਤੋਂ ਆਪਾਂ ਬਾਹਰਲੇ ਪਾਸੇ ਜਾਈਏ, 6 ਤੇ ਆਲਰੇਡੀ ਆ, ਠੀਕ ਹੈ, ਯਾਨੀ ਕਿ 4 ਹੋਰ ਆਪਾਂ ਇਹਨੂੰ ਵਧਾ ਦੇਣਾ ਅੱਗੇ, ਠੀਕ ਹੈ। ਇਹਨੂੰ ਤੁਸੀਂ ਬੀ ਕੁਛ ਵੀ ਦੇ ਸਕਦੇ ਲਾਈਨ, ਓਕੇ। ਉਸ ਤੋਂ ਬਾਅਦ ਕੀ ਕਰਨਾ ਹੈ, ਸਿੰਪਲ ਜੀ ਗੱਲ ਆ, ਇਸ ਬਿੰਦੂ ਤੇ ਪ੍ਰਕਾਰ ਰੱਖਣਾ ਹੈ। ਤੁਸੀਂ ਇੱਕ ਚੱਕਰ ਲਾ ਦੇਣਾ ਅੱਧ ਤੋਂ ਜ਼ਿਆਦਾ ਖੋਲ ਕੇ, ਐਂਡ ਫਿਰ ਇਸ ਬਿੰਦੂ ਤੇ ਪ੍ਰਕਾਰ ਰੱਖ ਕੇ ਇੱਧਰ ਵੀ ਲਾ ਦੇਣਾ, ਠੀਕ ਹੈ। ਇਹਨੇ ਇੱਥੇ ਹੀ ਇੱਥੋਂ ਪ੍ਰਕਾਰ ਖੋਲ ਕੇ ਅੱਧ ਤੋਂ ਜ਼ਿਆਦਾ ਖੋਲ ਕੇ ਇੱਕ ਚੱਕਾ ਲਾ ਦੇਣਾ ਲਾਈਨ ਇੱਦਾਂ ਕਰਕੇ, ਫਿਰ ਇੱਧਰ ਵੀ ਲਾ ਦੇਣਾ ਹੈ, ਓਕੇ। ਫਿਰ ਇੱਥੇ ਪ੍ਰਕਾਰ ਰੱਖ ਕੇ, ਠੀਕ ਹੈ, ਅੱਧ ਤੋਂ ਜ਼ਿਆਦਾ ਖੋਲ ਕੇ ਫਿਰ ਇੱਧਰ ਲਾ ਦੇਣਾ ਹੈ, ਠੀਕ ਹੈ। ਐਨ ਇੱਥੇ ਲਾ ਦੇਣਾ, ਜਿੱਥੇ ਦੋਨੋਂ ਬਿੰਦੂ ਕੱਟ ਗਏ ਆਪਾਂ ਇਹਦੇ ਵਿੱਚ ਮਿਲਾ ਦੇਣਾ। ਸੌਖਾ। ਫਿਰ ਯਾਨੀ ਕਿ ਆ ਤੁਹਾਡਾ ਕਿਉਂਕਿ ਇਹ 10 ਸੈਂਟੀਮੀਟਰ ਸੀ ਟੋਟਲ, ਠੀਕ ਹੈ। ਇਹ ਜਿਹੜਾ ਆਪਾਂ ਅੱਧ ਕੀਤਾ ਨਾ, ਇਹਨੂੰ ਅੱਧ ਕਰਨਾ ਕਹਿੰਦੇ ਲਾਈਨ ਦਾ। ਹੁਣ ਜਿਹੜਾ ਅੱਧ ਕੀਤਾ, ਇੱਥੇ ਪ੍ਰਕਾਰ ਰੱਖ ਕੇ ਤੁਸੀਂ ਇੱਕ ਚੱਕਰ ਖਿੱਚ ਲੈਣੀ ਹੈ ਜੋ ਕਿ ਇਹਨੂੰ ਟੱਚ ਕਰੂਗਾ ਐਂਡ ਇਸ ਬਿੰਦੂ ਨੂੰ ਜ਼ਰੂਰ ਟੱਚ ਕਰੂਗਾ ਕਿਉਂਕਿ ਅੱਧ ਹੈ, ਠੀਕ ਹੈ। ਹੁਣ ਦੇਖੋ ਆਪਾਂ ਬਸ ਕੀ ਕਰਨਾ, ਉਹਨਾਂ ਨੇ ਕਿਹਾ 2 ਸਪਰਸ਼ ਰੇਖਾਵਾਂ ਖਿੱਚਣਾ, ਜਿੱਥੇ ਜਿੱਥੇ ਕੱਟ ਗਏ, ਠੀਕ ਹੈ, ਇਹਨੂੰ ਸਪਰਸ਼ ਰੇਖਾਵਾਂ ਕਹਿ ਦਿੰਦੇ। ਇੱਥੇ ਆਪਾਂ ਸਪਰਸ਼ ਰੇਖਾ ਖਿੱਚ ਦੇਣੀ ਹੈ, ਬਸ ਦੈਟਸ ਇਨਫ, ਜਿੱਥੇ ਟੱਚ ਕੀਤੀ ਹੈ, ਠੀਕ ਹੈ। ਐਨ ਇੱਥੇ ਆਪਾਂ ਲੰਬਾਈ ਮਾਪ ਲੈਣੀ ਹੈ ਕਿੰਨੀ ਹੈ, ਬਸ ਐਨ ਜਿੱਦਾਂ ਜਿੱਦਾਂ ਬਣਾਇਆ ਇਹਨੂੰ ਹੀ ਤੁਸੀਂ ਲਿਖ ਦੇਣਾ ਹੈ। ਦੈਟਸ ਕੂਲ। ਇਹ ਬਸ ਸਾਡਾ ਹੋ ਜਾਣਾ ਹੈ, ਤੁਹਾਨੂੰ ਨੰਬਰ ਆਰਾਮ ਨਾਲ ਮਿਲ ਜਾਣੇ। ਉਸ ਤੋਂ ਬਾਅਦ ਦੇਖੋ 8ਵਾਂ ਕੁਐਸਚਨ, ਕਹਿੰਦੇ ਜ਼ਮੀਨ ਦੇ ਇੱਕ ਬਿੰਦੂ ਤੋਂ ਮੀਨਾਰ ਦੇ ਆਧਾਰ ਤੋਂ 30 ਮੀਟਰ ਦੀ ਦੂਰੀ 'ਤੇ ਹੈ, ਠੀਕ ਹੈ। ਮੀਨਾਰ ਦੀ ਸਿਖਰ ਦਾ ਉਚਾਨ ਕੋਣ ਕਿੰਨਾ ਹੈ, 30 ਡਿਗਰੀ ਹੈ। ਮੀਨਾਰ ਦੀ ਉਚਾਈ ਪਤਾ ਕਰੋ, ਠੀਕ ਹੈ। ਸੋ ਚਲੋ ਇਹਦਾ ਸੋਲੂਸ਼ਨ ਦੇਖਦੇ ਹਾਂ ਫਟਾਫਟ, ਓਕੇ। ਸੋ 8ਵਾਂ ਕੁਐਸਚਨ ਵੀ ਬਹੁਤ ਈਜ਼ੀ ਹੈ, ਜ਼ਿਆਦਾ ਟੈਨਸ਼ਨ ਨਹੀਂ ਲੈਣਾ। ਜਿਵੇਂ ਕਿ ਦੇਖੋ ਸਾਨੂੰ ਕੀ ਗਿਵਨ ਹੈ, ਸਭ ਤੋਂ ਪਹਿਲਾਂ ਇੱਕ ਟ੍ਰਾਇੰਗਲ ਬਣਾ ਲੈਣਾ ਜਿੱਦਾਂ ਉਹਨਾਂ ਨੇ ਦਿੱਤਾ ਹੋਇਆ ਹੈ, ਠੀਕ ਹੈ। ਸਾਡੇ ਕੋਲ ਇੱਕ ਮੀਨਾਰ ਹੈ ਜੋ ਕਿ AB ਲਵਾਂਗੇ ਅਸੀਂ, ਓਕੇ। ਅਸੀਂ ਮੀਨਾਰ ਦੀ ਕੀ ਪਤਾ ਕਰਨਾ, ਹਾਈਟ ਪਤਾ ਕਰਨਾ ਕਿੰਨਾ ਹੈ। ਸੋ B ਪੁਆਇੰਟ ਤੋਂ ਨਾ ਜਿਹੜੀ ਕਿ ਦੀ ਬੇਸ ਹੈ, ਠੀਕ ਹੈ, ਇੱਥੋਂ ਕੀ ਨਾ 30 ਮੀਟਰ ਦੀ ਦੂਰੀ 'ਤੇ ਇੱਕ C ਪੁਆਇੰਟ ਲੈਣਾ ਜੋ ਕਿ 30 ਡਿਗਰੀ ਦਾ ਐਂਗਲ ਹੈ, ਠੀਕ ਹੈ। ਉਹਦੇ ਸਿਖਰ ਤੋਂ 30 ਡਿਗਰੀ ਦਾ ਐਂਗਲ ਬਣ ਰਿਹਾ ਹੈ। ਸੋ ਇਸੇ ਤਰ੍ਹਾਂ ਸਾਨੂੰ ਗਿਵਨ ਕੀ ਹੈ, ਦੇਖੋ ਦਿੱਤਾ ਹੋਇਆ ਕੀ ਹੈ, ਸਾਨੂੰ BC ਦਿੱਤਾ ਹੋਇਆ ਹੈ, BC ਜੋ ਕਿ 30 ਮੀਟਰ ਹੈ, ਯਾਨੀ ਕਿ ਇਹਨਾਂ ਦੀ ਦੂਰੀ। ਉਹ ਤੋਂ ਬਾਅਦ ਉਚਾਨ ਕੋਣ ਦਿੱਤਾ ਹੋਇਆ ਹੈ, C, ਆ ਸਾਡਾ 30 ਡਿਗਰੀ ਦਾ ਐਂਗਲ ਬਣਦਾ ਹੈ। ਪਤਾ ਕਰਨਾ ਮੀਨਾਰ ਦੀ ਉਚਾਈ ਯਾਨੀ ਕਿ AB ਜੋ ਕਿ H ਹੈ ਸਾਡੇ ਕੋਲ, ਠੀਕ ਹੈ। ਸੋ A ਤੇ ਕੋਣ ABC ਵਿੱਚ ਕੀ ਹੈ, ਸਾਡਾ ਇਹ tan C ਬਣ ਜਾਂਦਾ ਹੈ, ਠੀਕ ਹੈ। ਸੋ ਇਹ tan C ਕੀ ਹੁੰਦਾ ਹੈ, P/B, ਠੀਕ ਹੈ। P/B ਮਤਲਬ, ਠੀਕ ਹੈ, ਦੇਖੋ AB ਓਵਰ BC, ਠੀਕ ਹੈ। ਇਹਨਾਂ ਦੀ ਵੈਲਿਊ ਅਸੀਂ ਪੁੱਟ ਕਰਾਂਗੇ। ਦੇਖੋ tan C ਕਿੰਨਾ ਆ, 30 ਡਿਗਰੀ ਦਾ ਐਂਗਲ ਹੈ, ਜੋ tan 30 ਤੇ ਇਹ ਪੁੱਟ ਕੀਤਾ। ਉਸ ਤੋਂ ਬਾਅਦ ਦੇਖੋ AB ਕਿੰਨਾ, H ਹੈ, H ਭਰ ਦੇਵਾਂਗੇ। ਐਂਡ BC ਸਾਨੂੰ ਕਿੰਨਾ ਗਿਵਨ ਹੈ, BC ਸਾਨੂੰ ਗਿਵਨ ਹੈ 30, ਓਕੇ। ਸੋ ਇਹਨਾਂ ਦੀ ਵੈਲਿਊ ਪੁੱਟ ਕਰਾਂਗੇ। tan 30 ਦਾ ਵੈਲਿਊ ਕਿੰਨਾ ਹੁੰਦਾ ਹੈ, 1/√3 = H/30। ਇਹਨਾਂ ਨੂੰ ਕ੍ਰੋਸ ਮਲਟੀਪਲਾਈ ਕਰਾਂਗੇ, ਸਾਡੇ ਕੋਲ H ਕਿੰਨਾ ਆਣਾ, 30/√3
√3। ਸੋ ਇਹਨੂੰ ਸੋਲਵ ਕਰਾਂਗੇ ਅੱਗੇ। ਦੇਖੋ ਕਿੰਨਾ ਆ, h ਇਜ਼ ਇਕਲ ਟੂ 30 ਓਵਰ √30 ਮਲਟੀਪਲਾਈ ਇਹਨੂੰ 3 √30 √30 ਨਾਲ ਮਲਟੀਪਲਾਈ ਕਰਾਂਗੇ, ਇਹਨਾਂ ਦੋਨਾਂ ਨੇ ਆਪਸ ਵਿੱਚ ਮਲਟੀਪਲਾਈ ਹੋ ਜਾਣਾ। ਸੋ ਇਹਨੇ ਸਕੇਅਰ ਤੋਂ ਬਾਹਰ ਨਿਕਲ ਜਾਣਾ ਐਂਡ ਇਹਨਾਂ ਦੋਨਾਂ ਨੇ ਮਲਟੀਪਲਾਈ ਕੇ ਸੇਮ ਰਹਿ ਜਾਣਾ। ਸੋ 3 ਨੇ ਇਹਦੇ ਨਾਲ ਡਿਵਾਈਡ ਹੋ ਜਾਣਾ, 10 ਆ ਜਾਣਾ ਹੈ, ਠੀਕ ਹੈ, ਕੱਟ ਹੋ ਗਏ। ਸੋ ਆਂਸਰ ਸਾਡਾ ਕਿੰਨਾ ਆ ਗਿਆ, 10 ਓਵਰ 10 ਇਜ਼ ਇਕਲ ਟੂ √3 ਮੀਟਰ ਆਂਸਰ। ਠੀਕ ਹੈ, ਕਿੰਨਾ ਈਜ਼ੀ ਹੈ, ਸਕਰੀਨਸ਼ਾਟ ਲੈ ਲਓ ਐਨ ਇੱਦਾਂ ਹੀ ਚੇਪ ਕੇ ਜਾਣਾ। ਠੀਕ ਹੈ, ਡਰਨ ਦੀ ਲੋੜ ਨਹੀਂ ਹੈ, ਬਹੁਤ ਈਜ਼ੀ ਪੇਪਰ ਹੋਣ ਵਾਲਾ ਹੈ। ਨੈਕਸਟ 9th ਕੁਐਸਚਨ ਦੇਖੋ, 1.5 ਮੀਟਰ ਲੰਬਾ ਇੱਕ ਪ੍ਰੇਰਕ, ਮਤਲਬ ਇੱਕ ਬੰਦਾ ਆ, ਠੀਕ ਹੈ, ਜੋ ਕਿ ਚਿਮਨੀ ਤੋਂ 28.5 ਮੀਟਰ ਦੂਰੀ ਤੇ ਹੈ। ਠੀਕ ਹੈ, ਉਸ ਦੀ ਅੱਖ ਨਾਲ ਚਿਮਨੀ ਦੇ ਸਿਖਰ ਦਾ ਉਚਾਨ ਕੋਣ। ਦੇਖੋ ਉਸ ਦੀ ਅੱਖ ਤੋਂ ਚਿਮਨੀ ਦਾ ਉਚਾਨ ਕੋਣ ਕਿੰਨਾ ਬਣ ਰਿਹਾ ਹੈ, 45 ਡਿਗਰੀ ਦਾ ਬਣ ਰਿਹਾ ਹੈ। ਚਿਮਨੀ ਦੀ ਉਚਾਈ ਪਤਾ ਕਰੋ, ਬਹੁਤ ਈਜ਼ੀ ਹੈ, 4 ਨੰਬਰ ਇਹ ਵੀ ਤੁਹਾਡੇ ਪੱਕੇ ਹੋਣ ਵਾਲੇ ਹੈ। ਠੀਕ ਹੈ, ਲੈਟਸ ਸਟਾਰਟ। ਦੇਖ ਸੋ ਦੇਖੋ 9th ਕੁਐਸਚਨ ਬਹੁਤ ਈਜ਼ੀ ਹੈ, ਇੱਕ ਵਾਰ ਤੁਸੀਂ ਸਮਝ ਲਓ ਇਹਨੂੰ। ਠੀਕ ਹੈ, ਇੱਕ ਪ੍ਰੇਖਕ ਹੈ, ਠੀਕ ਹੈ, ਜੋ ਬੰਦਾ ਹੈ ਉਹ ਕਿੰਨਾ ਮੀਟਰ ਦਾ ਹੈ, 1.5 ਮੀਟਰ ਦਾ ਹੈ। ਠੀਕ ਹੈ, ਐਂਡ ਉਹ ਜਿਹੜਾ ਚਿਮਨੀ ਆ, ਚਿਮਨੀ ਤੋਂ ਕਿੰਨੇ ਦੂਰੀ ਤੇ ਆ, 28.5 ਮੀਟਰ ਦੀ ਦੂਰੀ ਤੇ ਆ, ਤੇ ਉੱਥੋਂ ਜਦੋਂ ਦੇਖ ਰਿਹਾ ਚਿਮਨੀ ਦੀ ਉਚਾਈ ਨੂੰ, ਉਹ ਕਿੰਨਾ ਐਂਗਲ ਬਣ ਰਿਹਾ, 45 ਡਿਗਰੀ ਦਾ। ਠੀਕ ਹੈ, 45 ਡਿਗਰੀ ਦਾ ਐਂਗਲ ਬਣ ਰਿਹਾ ਹੈ। ਠੀਕ ਹੈ, ਸੋ 45 ਡਿਗਰੀ ਦਾ ਕੋਣ ਬਣ ਰਿਹਾ ਹੈ, ਸੋ ਇੱਥੇ ਦੇਖ ਰਿਹਾ। ਸੋ ਅਸੀਂ ਪਤਾ ਕੀ ਕਰਨਾ, ਉਹ ਕਹਿੰਦੇ ਕਿ ਚਿਮਨੀ ਦੀ ਉਚਾਈ ਪਤਾ ਕਰੋ, ਚਿਮਨੀ ਦੀ ਉਚਾਈ। ਸੋ ਦੇਖੋ 1.5 ਮੀਟਰ ਦਾ ਤਾਂ ਖੁਦ ਹੈ। ਸੋ ਇਹਦੇ ਸੀਧ ਨਾਲ ਆਪਾਂ ਦੇਖੀਏ ਤਾਂ ਇੰਨਾ ਕਾ ਤਾਂ ਉਹ ਪਤਾ ਲੱਗ ਹੀ ਗਿਆ ਸਾਨੂੰ ਉਚਾਈ। ਠੀਕ ਹੈ, ਅਸੀਂ ਪਤਾ ਕਰਨਾ ANC, ਤੁਸੀਂ ਇਹ ਬਣਾ ਲੈਣਾ ਇੱਕ ਵਾਰੀ। ਠੀਕ ਹੈ, ਸਾਨੂੰ ਇਹਨਾਂ ਨੂੰ ਨਾਮ ਦੇ ਦੇਣਾ, ਸਾਡਾ ABCDE ਨਾਮ ਦੇ ਦੇਣਾ। ਠੀਕ ਹੈ, ਜਿੰਨਾ A ਵਾਲਾ ਹੋਊਗਾ ਉਨਾ ਹੀ A ਵਾਲਾ ਹੋਊਗਾ। ਸੋ ਦੇਖੋ ਇਹਦੇ ਵਿੱਚ ਸਾਨੂੰ ਦਿੱਤਾ ਕੀ ਆ, ਸੋ ਲਿਖ ਲੈਣਾ, ਸੋਲੂਸ਼ਨ ਸਟਾਰਟ ਕਰਨਾ। ਠੀਕ ਹੈ, ਸੋ ਇਹ ਵੀ ਕਰਨ ਦੀ ਜ਼ਿਆਦਾ ਲੋੜ ਨਹੀਂ ਹੈ, ਜੇ ਤੁਸੀਂ ਕਰਨਾ ਚਾਹੁੰਦੇ ਸਿਰਫ ਇੱਥੋਂ ਕਰ ਲਓ। ਠੀਕ ਹੈ, ਸੋ ਇੱਥੇ ਦੇਖੋ ਕੀ ਕਰਨਾ ਦਿੱਤਾ ਹੈ, ਪ੍ਰੇਰਕ ਦੀ ਲੰਬਾਈ 1.5 ਮੀਟਰ ਤੁਹਾਨੂੰ ਪਤਾ ਹੈ, ਚਿਮਨੀ ਤੋਂ ਦੂਰੀ ਕਿੰਨੀ ਹੈ, 28.5 ਮੀਟਰ। ਠੀਕ ਹੈ, ਸੋ ਜੋ AD ਇੰਨਾ ਆ ਤਾਂ AD ਜਦ ਇੰਨਾ ਆ, ਠੀਕ ਹੈ, ਆ ਦੇਖੋ AD ਐਂਡ AB ਇੰਨਾ ਹੀ ਹੋਊਗਾ, ਦੋਨੋਂ ਇਕੁਅਲ ਹੈ। ਸੋ ਦੇਖੋ ਪਤਾ ਕੀ ਕਰਨਾ, ਅਸੀਂ ਪਤਾ ਕਰਨਾ AC। ਠੀਕ ਹੈ, ਆ ਦੇਖੋ A ਐਂਡ C ਪਲਸ ਆ ਤਾਂ ਪਤਾ ਹੀ ਆ ਸਾਨੂੰ। ਠੀਕ ਹੈ, AC ਪਤਾ ਲੱਗ ਗਿਆ, ਹੋ ਜਾਣਾ, ਯਾਨੀ ਕਿ ਸਾਡਾ BC ਟੋਟਲ B ਐਂਡ C ਚਿਮਨੀ ਦੀ ਲੰਬਾਈ, ਇਹ ਅਸੀਂ ਪਤਾ ਕਰਨਾ। ਸੋ ਇਹਦੇ ਵਿੱਚ ਸਾਨੂੰ ਆ ਤਾਂ ਪਤਾ ਹੀ ਆ। ਠੀਕ ਹੈ, AB ਪਤਾ ਹੀ ਹੈ ਜੋ ਕਿ 1.5 ਮੀਟਰ ਹੈ। AC ਪਤਾ ਕਰਨਾ, AC ਪਤਾ ਕਰਨ ਲਈ ਦੇਖੋ ਆ ਜਿਹੜੇ ਟ੍ਰਾਇੰਗਲ ਹੈ ਇਹਦੇ ਵਿੱਚ 10 45 ਹੈ ਸਾਡਾ ਕੋਣ ਬਣ ਰਿਹਾ। ਠੀਕ ਹੈ, ਸੋ ਇਹਦੀ ਵੈਲਿਊ ਪੁੱਟ ਕਰਾਂਗੇ, ਇਹ ਕਿੰਨਾ ਹੁੰਦਾ ਪਹਿਲਾਂ 10 45 ਦੇਖੋ ਕਿੰਨਾ ਹੈ, P/B ਜੋ ਕਿ ਹੈਗਾ AC। ਦੇਖੋ A and C over AD। ਠੀਕ ਹੈ, over AD ਕਿੰਨਾ ਹੈ, AD ਦੇਖੋ A and D। ਓਕੇ, ਸੋ ਇਹਦੀ ਵੈਲਿਊ ਪੁੱਟ ਕਰਾਂਗੇ। ਦੇਖੋ 10 45 ਹੁੰਦਾ 1। ਠੀਕ ਹੈ, ਇਜ਼ ਇਕਲ ਟੂ AC ਅਸੀਂ ਪਤਾ ਕਰਨਾ ਹੈ ਐਂਡ AD ਦੀ ਵੈਲਿਊ ਦਿੱਤੀ ਹੋਈ ਹੈ 28.5 ਮੀਟਰ। ਇਹਨੂੰ ਕ੍ਰੋਸ ਮਲਟੀਪਲਾਈ ਕਰਾਂਗੇ, AC ਕਿੰਨਾ ਆ ਜਾਊਗਾ 28.5। ਬਸ ਇੰਨਾ ਕੀ ਸੀਗਾ ਸਮ। ਦੇਖੋ ਸਮ ਮੇਨਲੀ ਆਪਣਾ ਇੱਥੋਂ ਹੀ ਸਟਾਰਟ ਹੁੰਦਾ, ਪਤਾ ਕਰਨਾ ਹੈ, ਇਹ ਸਾਰਾ ਕੁਝ ਤਾਂ ਪਹਿਲਾਂ ਹੀ ਗਿਵਨ ਹੈ। ਦੇਖੋ 10 45 ਲਿਖ ਦੇਣਾ ਹੈ, ਉਸ ਤੋਂ ਬਾਅਦ ਜੋ ਕਿ P/B ਹੁੰਦਾ ਹੈ। ਠੀਕ ਹੈ, P/B ਇਜ਼ ਇਕਲ ਟੂ AC ਐਂਡ AD ਦੇ, ਇਹਨਾਂ ਦੀ ਵੈਲਿਊ ਪੁੱਟ ਕਰਨਾ, 10 45 1 ਦੇ ਬਰਾਬਰ ਹੁੰਦਾ ਹੈ। ਠੀਕ ਹੈ, ਉਹਦੀ ਵੈਲਿਊ 1 ਹੈ। ਸੋ ਇਜ਼ ਇਕਲ ਟੂ ਆ AC ਤਾਂ ਉੱਦਾਂ ਹੀ ਹੈ, AD ਕਿੰਨਾ ਆ 28.5। ਠੀਕ ਹੈ, ਸੋ ਆਪਾਂ ਕ੍ਰੋਸ ਮਲਟੀਪਲਾਈ ਕੀਤਾ, AC ਦੀ ਵੈਲਿਊ ਕਿੰਨੀ ਹੈਗੀ 28.5। ਸੋ AC ਪਤਾ ਲੱਗ ਹੀ ਗਿਆ। ਹੁਣ ਦੇਖੋ ਉਚਾਈ ਪਤਾ ਕਰਨਾ ਜੋ ਕਿ BC ਆ, BC ਕਿੰਨਾ AC ਐਂਡ AB ਦੇ ਬਰਾਬਰ ਹੈ, ਇਹ ਵੀ ਸਾਨੂੰ ਪਹਿਲਾਂ ਹੀ ਪਤਾ ਸੀ। ਹੁਣ AC ਪਤਾ ਲੱਗ ਗਿਆ, ਦੋਨਾਂ ਨੂੰ ਅਸੀਂ ਪਲੱਸ ਕੀਤਾ, 30 ਮੀਟਰ ਆਂਸਰ ਆ ਗਿਆ। ਠੀਕ ਹੈ, ਬਹੁਤ ਈਜ਼ੀ ਆ। ਐਂਡ ਲਾਸਟ ਵਿੱਚ ਅਸੀਂ ਦੇਖਦੇ ਹਾਂ ਪਾਰਟ D ਜੋ ਕਿ 6 ਨੰਬਰ ਦਾ। ਇੱਕ ਕੁਐਸਚਨ ਦੋ ਤੁਹਾਨੂੰ ਦਿੱਤੇ ਗਏ, ਦੇਖੋ 10ਵਾਂ 2 ਦਿੱਤੇ ਗਏ ਆ ਅਤੇ ਉਹਦੇ ਵਿੱਚੋਂ ਆਪਾਂ ਇੱਕ ਕਰਨਾ ਹੈ। ਠੀਕ ਹੈ, ਬਹੁਤ ਹੀ ਈਜ਼ੀ ਹੈ, 6 ਨੰਬਰ ਤੁਹਾਡੇ ਇਹਦੇ ਵਿੱਚ ਤੋਂ ਬਿਲਕੁਲ ਪੱਕੇ ਆ। ਸੋ ਧਿਆਨ ਨਾਲ ਦੇਖਣਾ ਵੀਡੀਓ ਨੂੰ ਯਾਰ, ਵੀਡੀਓ ਦਾ ਲਾਸਟ ਹੋ ਗਿਆ, ਸਾਰੇ ਫਰੈਂਡਾਂ ਨੂੰ ਸ਼ੇਅਰ ਕਰੋ ਐਂਡ ਸ਼ੇਅਰ ਕਰ ਦਿਓ, ਬਸ ਸ਼ੇਅਰ ਕਰ ਦਿਓ, ਕਰ ਲਿਓ ਜੇ ਵਧੀਆ ਲੱਗੇ ਤਾਂ, ਨਹੀਂ ਤਾਂ ਕਰਨ ਦੀ ਲੋੜ ਨਹੀਂ ਹੈ, ਇਟਸ ਕੂਲ। ਠੀਕ ਹੈ, ਸੋ ਆਪਾਂ ਦੇਖੋ ਇਹਦੇ ਵਿੱਚੋਂ ਕਰਨ ਵਾਲੇ ਹਾਂ ਸੈਕਿੰਡ ਜਿਹੜਾ ਤੁਹਾਡਾ ਥਿਊਰਮ ਹੈ ਜੋ ਕਿ ਬਹੁਤ ਈਜ਼ੀ ਹੈ, ਇਹ ਆਪਾਂ ਤੁਹਾਨੂੰ ਕਰਕੇ ਦਿਖਾਉਣ ਵਾਲੇ ਹਾਂ। ਠੀਕ ਹੈ, ਬਹੁਤ ਈਜ਼ੀ ਹੋਣਾ। ਚਲੋ ਲੈਟਸ ਸਟਾਰਟ। ਸੋ ਦੇਖੋ ਥਿਊਰਮ 6 ਨੰਬਰ ਦਾ ਹੈ। ਠੀਕ ਹੈ, ਬਹੁਤ ਹੀ ਛੋਟਾ ਜਿਹਾ ਥਿਊਰਮ, ਦੇਖੋ ਇੱਥੋਂ ਲੈ ਕੇ ਮੇਨ ਆਪਣਾ ਹੱਲ ਇੱਥੋਂ ਸਟਾਰਟ ਹੁੰਦਾ ਹੈ ਅਤੇ ਇੱਥੇ ਸਿੱਧ ਹੋ ਗਿਆ। ਠੀਕ ਹੈ, ਬਸ ਇੱਥੇ ਤੱਕ, ਯਾਨੀ ਕਿ ਆਹ 4 ਲਾਈਨਾਂ ਦੀਆਂ ਤੁਹਾਨੂੰ 6 ਨੰਬਰ ਮਿਲਣੇ, ਇਸ ਕਰਕੇ ਇਹਨੂੰ ਧਿਆਨ ਨਾਲ ਸਮਝ ਲੈਣਾ, ਬਹੁਤ ਹੀ ਈਜ਼ੀ ਹੈ। ਠੀਕ ਹੈ, ਦੇਖੋ ਇੱਕ ਚੱਕਰ ਖਿੱਚ ਲੈਣਾ ਤੁਸੀਂ। ਠੀਕ ਹੈ, ਚੱਕਰ ਥੋੜ੍ਹਾ ਟੇਢਾ ਬਣ ਗਿਆ ਹੈ, ਇਹਨੂੰ ਧਿਆਨ ਨਹੀਂ ਦੇਣਾ ਤੁਸੀਂ। ਠੀਕ ਹੈ, ਚੱਕਰ ਇੱਕ ਖਿੱਚਣ ਤੋਂ ਬਾਅਦ ਤੁਸੀਂ 4 ਸਪਰਸ਼ ਰੇਖਾਵਾਂ ਖਿੱਚ ਲੈਣ ਜੋ ਕਿ ਚਾਰੇ ਪਾਸੇ ਇਹਨੂੰ ਸਪਰਸ਼ ਕਰਦੇ ਹੋਣ। ਜਿਹਦੇ ਤੁਸੀਂ ਕੀ ਨਾਮ ਦੇਣਾ, AB BC ABCD।
ਠੀਕ ਹੈ, ਨਾਮ ਦੇ ਦੇਣਾ। ਉਹ ਤੋਂ ਬਾਅਦ ਜਿੱਥੇ ਜਿੱਥੇ ਇਸ ਟੱਚ ਕਰ ਰਹੇ ਲਾਈਨ ਆ ਇਹਨਾਂ ਨੂੰ, ਉੱਥੇ ਤੁਸੀਂ ਦੱਸ ਦੇਣਾ PQRS, ਇੱਦਾਂ ਸਿੰਪਲ ਜਿਹਾ ਬਣਾ ਲਿਆ। ਠੀਕ ਹੈ, ਹੁਣ ਦੇਖੋ ਸਿੱਧ ਕੀ ਕਰਨਾ, ਉਹ ਕਹਿ ਰਿਹਾ ਕਿ AB ਯਾਨੀ ਕਿ ਆਹ ਵਾਲੀ ਲਾਈਨ ਪਲੱਸ CD ਆਹ ਵਾਲੀ ਲਾਈਨ, ਠੀਕ ਹੈ, ਦੋਨਾਂ ਨੂੰ ਜੇ ਪਲੱਸ ਕਰੀਏ ਉਹ ਬਰਾਬਰ ਆ ਆਹ ਵਾਲੀ ਦੋਨੋਂ ਲਾਈਨ ਦੇ। ਬਿਲਕੁਲ ਸਹੀ ਗੱਲ ਆ, ਕਿਉਂਕਿ ਆਪਾਂ ਪਿਛਲਾ ਥਿਊਰਮ ਜਿਹੜਾ ਕੀਤਾ ਸੀ, ਦੇਖੋ ਕੀ ਕਹਿੰਦਾ, ਕਿਉਂਕਿ ਬਾਹਰੀ ਬਿੰਦੂ ਤੋਂ ਦੋ ਚੱਕਰ ਤੇ ਖਿੱਚੀਆਂ ਗਈਆਂ, ਬਾਹਰੀ ਬਿੰਦੂ ਤੋਂ ਚੱਕਰ ਤੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ। ਬਿਲਕੁਲ ਯਾਰ, ਜਦ ਆਹ ਵਾਲੀ ਤੇ ਆਹ ਵਾਲੀ ਆ ਦੋਨੋਂ ਲਾਈਨਾਂ ਨੂੰ ਪਲੱਸ ਕਰੀਏ, ਓਬਵੀਅਸ ਆ ਇਹਨਾਂ ਦੋਨਾਂ ਦੇ ਬਰਾਬਰ ਬਣਨਾ ਹੀ ਚਾਹੀਦਾ, ਕਿਉਂਕਿ ਸਾਰੇ ਬਰਾਬਰ ਹੈ। ਠੀਕ ਹੈ, ਸੋ ਆਹੀ ਸਿੱਧ ਕਰਨਾ ਹੈ। ਸਿੱਧ ਕਰਨ ਲਈ ਸਿੰਪਲ ਦੇਖੋ, ਆਹ ਦੋਨੋਂ ਲਾਈਨਾਂ ਡਾਰਕ ਹੈ, ਧਿਆਨ ਰੱਖਿਓ। ਆਹ ਦੋਨੋਂ ਲਾਈਨਾਂ ਦੇ ਜਿਹੜੇ ਬਿੰਦੂ ਆ ਰਹੇ ਨਾ, ਆਪਾਂ ਇੱਧਰਲੀ ਸਾਈਡ ਲਿਖਣਾ ਹੈ। ਠੀਕ ਹੈ, ਐਂਡ ਜਿਹੜਾ ਸਿੰਪਲ ਲਾਈਨ ਹੈ, ਆਹ ਜਿਹੜੀ ਸਿੰਪਲ ਲਾਈਨ, ਠੀਕ ਦਿਖ ਰਹੇ ਹੋ, ਥੋੜਾ ਟੇਢਾ ਹੋ ਗਿਆ ਵੀਡੀਓ ਨਾ। ਆਹ ਜਿਹੜੀ ਸਿੰਪਲ ਲਾਈਨ ਹੈ ਨਾ, ਇਹ ਵਾਲੀ ਤੁਸੀਂ ਆਪਾਂ ਇੱਧਰ ਲਿਖਣਾ ਹੈ, ਆਹ ਜਿਹੜੀ ਸਿੰਪਲ ਲਾਈਨ। ਓਕੇ, ਸੋ ਦੇਖੋ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ, AP ਲੈ ਲੈਣਾ, AP ਲੈ ਲਿਆ। ਠੀਕ ਹੈ, ਇਕੁਅਲਸ ਟੂ A ਹੈ ਸਾ ਡਾਰਕ ਵਾਲੀ ਲਾਈਨ ਦਾ ਇੱਧਰਲੀ ਸਾਈਡ ਆ ਜਾਣਾ, ਇਹਨੂੰ 1 ਮੰਨ ਲੈਣਾ ਹੈ। ਉਸ ਤੋਂ ਬਾਅਦ BP ਲੈਣਾ ਹੈ, ਆਹ ਸਿੰਪਲ ਲਾਈਨ ਦਾ ਇੱਧਰਲੀ ਸਾਈਡ। ਠੀਕ ਹੈ, ਫਿਰ ਆਹ ਜਿਹੜੀ BQ ਹੈ ਡਾਰਕ ਲਾਈਨ ਵਾਲੀ ਇੱਧਰਲੀ ਸਾਈਡ ਆਉਣਾ, ਇਹਨੂੰ 2 ਮੰਨ ਲੈਣਾ ਹੈ। ਠੀਕ ਹੈ, ਉਸ ਤੋਂ ਬਾਅਦ CR ਲੈਣਾ, ਇਹ ਸਿੰਪਲ ਲਾਈਨ ਹੈ, ਸੋ ਇੱਧਰਲੀ ਸਾਈਡ ਆ ਜਾਣਾ ਹੈ। ਐਂਡ ਜਿਹੜੀ ਆਪਣੀ CQ ਹੈ ਉਹ ਇੱਧਰਲੀ ਸਾਈਡ ਆ ਜਾਣਾ, ਡਾਰਕ ਲਾਈਨ ਵਾਲੀ 3rd ਮੰਨ ਲੈਣਾ। ਠੀਕ ਹੈ, ਇਹ ਮੈਂ ਡਾਰਕ ਲਾਈਨ ਤੁਹਾਨੂੰ ਕਨਫਿਊਜ਼ਨ ਹੋਵੇ ਤਾਂ ਕਰਕੇ ਬਣਾਇਆ ਹੈ। ਉਸ ਤੋਂ ਬਾਅਦ ਆਪਾਂ ਲੈਣਾ DR, ਠੀਕ ਹੈ, ਇੱਧਰਲੀ ਸਾਈਡ ਆ ਜਾਣਾ, ਫਿਰ DS। ਓਕੇ, ਪੂਰੇ ਚੱਕਰ ਨੂੰ ਕੰਪਲੀਟ ਕਰਨਾ ਹੁੰਦਾ, ਮਤਲਬ ਅਸੀਂ ਪੂਰੇ ਸਰਕਲ ਨੂੰ। ਠੀਕ ਹੈ, ਸੋ ਇਹਨੂੰ 4th ਮੰਨ ਲੈਣਾ ਅਸੀਂ। ਐਂਡ ਲਾਸਟ ਵਿੱਚ ਤੁਸੀਂ ਲਾਈਨ ਜ਼ਰੂਰ ਲਿਖ ਦੇਣਾ, ਕਿਉਂਕਿ ਬਾਹਰੀ ਬਿੰਦੂ ਤੋਂ ਚੱਕਰ ਤੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀ ਲੰਬਾਈਆਂ ਬਰਾਬਰ ਹੁੰਦੀਆਂ ਹਨ। ਇਹ ਲਾਈਨ ਹੀ ਸਾਡਾ ਮੇਨ ਹੈ ਇਹਦੇ ਵਿੱਚ। ਠੀਕ ਹੈ, ਤਾਂ ਹੀ ਆਪਾਂ ਵਰਕ ਕਰੂਗਾ ਜੇ ਆਪਾਂ ਲਾਈਨ ਲਿਖਾਂਗੇ। ਆਹ ਲਾਈਨ ਲਿਖਣ ਤੋਂ ਬਾਅਦ ਕੰਮ ਹੀ ਕੁਛ ਵੀ ਨਹੀਂ ਰਹਿ ਜਾਂਦਾ ਆ। ਸਿੰਪਲ ਦੇਖੋ ਆਪਾਂ ਕੀ ਕਰਨਾ, ਜਿਹੜੇ ਚਾਰੇ ਚੀਜ਼ਾਂ ਸੀਗੀਆਂ ਨਾ, ਆਹ ਜਿਹੜੀਆਂ, ਇਹਨਾਂ ਨੂੰ ਲਿਖ ਦੇਣਾ 1 2 3 ਅਤੇ 4 ਨੂੰ ਜੋੜਨ ਤੇ, ਇਹਨਾਂ ਸਾਰਿਆਂ ਨੂੰ ਜੋੜ ਦੇਣਾ। ਆਹ ਵਾਲੀ ਜਿਹੜੀ ਆ AB, ਠੀਕ ਹੈ, AP BP CR DR, ਇਹਨਾਂ ਸਾਰਿਆਂ ਨੂੰ ਇੱਧਰਲੀ ਸਾਈਡ ਜੋੜ ਦੇਣਾ ਹੈ। ਦੇਖੋ AP BR CR DR ਪਲੱਸ ਕੀਤਾ, ਐਂਡ ਆਹ ਵਾਲੀ ਸਾਈਡ ਨੂੰ ਬਰਾਬਰ ਤੋਂ ਇੱਧਰਲੀ ਸਾਈਡ ਜੋੜ ਦੇਣਾ। ਠੀਕ ਹੈ, ਇਹਨਾਂ ਨੂੰ ਜੋੜਤਾ, ਸਿੰਪਲ ਜੀ ਗੱਲ ਲਿਖਤਾ। ਉਸ ਤੋਂ ਬਾਅਦ ਦੇਖੋ ਅਸੀਂ ਕੀ ਕਰਨਾ, ਇਹ ਦੋਨਾਂ ਕੰਬੀਨੇਸ਼ਨ ਬਣਾਉਣਾ। ਠੀਕ ਹੈ, ਬ੍ਰੈਕਟਾਂ ਵਿੱਚ ਇਹਨਾਂ ਦੋਨਾਂ ਨੂੰ ਅਲੱਗ। ਠੀਕ ਹੈ, ਉਹ ਤੋਂ ਬਾਅਦ CR ਇਹਨਾਂ ਨੂੰ ਅਲੱਗ, ਫਿਰ ਸੇਮ ਆ ਦੋਨਾਂ ਨੂੰ ਅਲੱਗ, ਇਹਨਾਂ ਦੋਨਾਂ ਨੂੰ ਅਲੱਗ। ਹੁਣ ਦੇਖੋ AP ਪਲੱਸ BP, ਠੀਕ ਹੈ, AP ਪਲੱਸ BP, ਧਿਆਨ ਨਾਲ ਦੇਖੋ AP ਪਲੱਸ BP, ਜਦੋਂ ਆਪਾਂ ਇੱਥੇ ਦੇਖਦੇ ਹਾਂ ਨਾ AP ਪਲੱਸ BP, ਠੀਕ ਹੈ, ਇਹ ਦੋਨੋਂ ਕੀ ਬਣ ਜਾਂਦਾ, AD ਬਣ ਜਾਂਦਾ, ਕਿਉਂਕਿ ਸਿੰਪਲ ਇੱਕ ਲਾਈਨ ਦੇ ਦੋ ਬਿੰਦੂ ਆ। ਠੀਕ ਹੈ, ਸੋ ਆਹ ਦੋਨੋਂ ਇੱਕ ਕੀ ਬਣ ਜਾਂਦਾ, AB ਬਣ ਜਾਂਦਾ। ਸੋ ਸਿੰਪਲ ਉਹੀ ਆਪਾਂ ਲਿਖਿਆ ਕਿ AP ਪਲੱਸ BP AB ਬਣ ਗਿਆ। ਇਸੇ ਤਰ੍ਹਾਂ CR ਪਲੱਸ DR CD ਬਣ ਗਿਆ। ਠੀਕ ਹੈ, ਇੱਧਰ AS BQ AD ਬਣ ਗਿਆ, ਐਂਡ CQ ਐਂਡ DS ਕੀ ਬਣ ਗਿਆ, BC ਬਣ ਗਿਆ। ਸੋ ਸਿੰਪਲ ਸਾਡਾ ਕੀ ਹੋ ਗਿਆ, ਜੋ ਅਸੀਂ ਸਿੱਧ ਕਰਨਾ ਸੀ ਕਿ AB ਪਲੱਸ CD ਇਕੁਅਲਸ ਟੂ BD ਪਲੱਸ BC। ਠੀਕ ਹੈ, ਸੋ ਲਾਸਟ ਵਿੱਚ ਲਿਖ ਦੇਣਾ ਸਿੱਧ ਹੋ ਗਿਆ, ਇਹਨੂੰ ਆਪਾਂ ਅੰਡਰਲਾਈਨ ਕਰਕੇ ਆਂਸਰ ਲਿਖ ਦੇਣਾ, ਬਸ ਦੈਟਸ ਇਟ। ਸੋ ਕੀਪ ਲਰਨਿੰਗ, ਕੀਪ ਸਮਾਈਲਿੰਗ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਣਾ। ਠੀਕ ਹੈ, 2 ਥਿਊਰਮ ਵਿੱਚ ਇੱਕ ਥਿਊਰਮ ਕਰ ਲਓ, 6 ਨੰਬਰ ਦਾ ਹੈ, 6 ਨੰਬਰ ਦਾ। ਇੱਕ ਵਾਰੀ ਦੁਬਾਰਾ ਦੇਖ ਲਓ ਐਂਡ ਸਮਝ ਲਓ, ਕਾਪੀ ਤੋਂ ਉਤਾਰ ਕੇ ਚੇਪ ਕੇ ਆਉਣਾ ਸਾਰਾ। ਠੀਕ ਹੈ।